ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਪਿਊਰਟੋ ਰੀਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਹੋਈ ਮੌਤ। ਚੰਦਰਮਾ ਦੀ ਮਿੱਟੀ ਵਿੱਚ ਪਹਿਲੀ ਵਾਰ ਉੱਗੇ ਪੌਦੇ, ਚੰਨ ਤੇ ਖੇਤੀ ਵੱਲ ਇਹ ਪਹਿਲਾ ਕਦਮ। ਅਧਿਐਨ ਵਿੱਚ ਹੋਇਆ ਖੁਲਾਸਾ, ਨੋਟਾਂ ਨਾਲ ਨਹੀਂ ਫੈਲੇਗਾ ਕਰੋਨਾ। ਓਨਟਾਰੀਓ ਵਿੱਚ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨਾਲ ਕੀਤਾ ਗਿਆ ਦੁਰਵਿਵਹਾਰ। ਕੈਨੇਡੀਅਨ ਪਾਰਲੀਮੈਂਟ ਵਿੱਚ ਪਾਸ ਹੋਇਆ ਨਵਾਂ ਬਿੱਲ, ਬਿਨਾਂ ਪੇਪਰਾਂ ਦੇ ਰਹਿੰਦੇ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ। ਟਰੂਡੋ ਦਾ ਐਲਾਨ, ਲਾਤਵੀਆ ਵਿਖੇ ਨਾਟੋ ਹੈੱਡਕੁਆਰਟਰ ਵਿੱਚ ਅਫਸਰਾਂ ਦੀ ਤਾਇਨਾਤੀ ਕਰੇਗਾ ਕੈਨੇਡਾ। ਹੁਣ ਖਬਰਾਂ ਦਾ ਵਿਸਥਾਰ। ਅਮਰੀਕਾ ਵਿੱਚ ਪਿਊਰਟੋ ਰੀਕੋ ਨੇੜੇ ਇੱਕ ਟਾਪੂ ਦੇ ਉੱਤਰ ਪੱਛਮ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 38 ਹੋਰਾਂ ਨੂੰ ਬਚਾ ਲਿਆ ਗਿਆ। ਅਮਰੀਕੀ ਕੋਸਟ ਗਾਰਡ ਕਿਸ਼ਤੀ ਜਹਾਜ਼ ਅਤੇ ਹੈਲੀਕਾਪਟਰ ਰਾਹੀਂ ਕਿਸ਼ਤੀ ਵਿੱਚ ਸਵਾਰ ਹੋਰ ਲੋਕਾਂ ਦੀ ਭਾਲ ਵਿੱਚ ਸ਼ੁੱਕਰਵਾਰ ਨੂੰ ਜੁਟੇ ਰਹੇ। ਖਦਸ਼ਾ ਹੈ ਕਿ ਕਿਸ਼ਤੀ ਵਿੱਚ ਪ੍ਰਵਾਸੀ ਸਵਾਰ ਸਨ। US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਇੱਕ ਹੈਲੀਕਾਪਟਰ ਨੇ ਪਾਣੀ ਵਾਲੇ ਖੇਤਰ ਵਿੱਚ ਪਲਟੀ ਕਿਸ਼ਤੀ ਦਾ ਵੀਰਵਾਰ ਨੂੰ ਪਤਾ ਲਾਇਆ ਸੀ। ਡੇਸਚਿਓ ਟਾਪੂ ਦੇ ਉੱਤਰ ਵਿੱਚ 18 ਕਿਲੋਮੀਟਰ ਦੇ ਦਾਇਰੇ ਵਿੱਚ ਬਚਾਅ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਗਿਆ। ਇਸ ਟਾਪੂ ਤੇ ਲੋਕ ਨਹੀਂ ਰਹਿੰਦੇ ਨੇ। ਅਮਰੀਕੀ ਕੋਸਟ ਗਾਰਡ ਦੇ ਬੁਲਾਰੇ ਰਿਕਾਰਡੋ ਕੋਸਟਰੇਡੇਟ ਨੇ ਦੱਸਿਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਮਚਾਰੀਆਂ ਨੇ ਰਾਤ ਭਰ ਕੰਮ ਕੀਤਾ ਹੈ। ਕਿਸ਼ਤੀ ਵਿੱਚ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ। ਉਨ੍ਹਾਂ ਕਿਹਾ ਕਿ ਬਚਾਏ ਗਏ 38 ਲੋਕਾਂ ਵਿੱਚੋਂ 36 ਹੈਤੀ ਦੇ ਨੇ, ਜਦਕਿ ਡੋਮਿਨਿਕਨ ਗਣਰਾਜ ਦੇ ਨੇ। ਹੈਤੀ ਦੇ ਘੱਟੋ-ਘੱਟ 8 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਕਿਸੇ ਦੇਸ਼ ਦੇ ਹਨ, ਇਸ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਚੰਦਰਮਾ ਤੇ ਮਨੁੱਖ ਨੂੰ ਵਸਾਉਣ ਲਈ ਵਿਗਿਆਨੀ ਕਈ ਖੋਜਾਂ ਕਰ ਰਹੇ ਨੇ। ਇਸ ਕੜੀ ਵਿੱਚ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਚੰਦਰਮਾ ਦੀ ਮਿੱਟੀ ਉੱਤੇ ਪੌਦੇ ਉਗਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਿੱਟੀ ਨੂੰ ਕੁਝ ਸਮਾਂ ਪਹਿਲਾਂ ਨਾਸਾ ਦੇ ਅਪੋਲੋ ਮਿਸ਼ਨ ਦੇ ਪੁਲਾੜ ਯਾਤਰੀ ਆਪਣੇ ਨਾਲ ਵਾਪਸ ਲੈ ਕੇ ਆਏ ਸਨ। ਕਮਿਊਨੀਕੇਸ਼ਨ ਬਾਇਓਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਵਿਗਿਆਨੀਆਂ ਨੇ ਦੱਸਿਆ ਕਿ ਪੌਦੇ ਸਿਰਫ ਧਰਤੀ ਦੀ ਮਿੱਟੀ ਵਿੱਚ ਹੀ ਨਹੀਂ, ਸਗੋਂ ਪੁਲਾੜ ਤੇ ਆਈ ਮਿੱਟੀ ਵਿੱਚ ਵੀ ਉੱਗ ਸਕਦੇ ਨੇ। ਇਸ ਅਧਿਐਨ ਵਿੱਚ ਵਿਗਿਆਨੀਆਂ ਨੇ ਚੰਦਰਮਾ ਰੇਗੋਲਿਥ ਲਈ ਪੌਦਿਆਂ ਦੀ ਜੈਵਿਕ ਪ੍ਰਤੀਕਿਰਿਆ ਦੀ ਵੀ ਜਾਂਚ ਕੀਤੀ। ਚੰਨ ਤੇ ਭੋਜਨ ਅਤੇ ਆਕਸੀਜਨ ਲਈ ਖੇਤੀ ਵੱਲ ਇਹ ਪਹਿਲਾ ਕਦਮ ਹੈ। ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਸਪਸ਼ਟ ਹੋਇਆ ਕਿ ਕਰੋਨਾ ਬਿਮਾਰੀ ਫੈਲਾਉਣ ਵਾਲਾ ਵਾਇਰਸ SARS-CoV-2 ਨਕਦ ਨੋਟ ਤੇ ਲਗਭਗ ਤੁਰੰਤ ਹੀ ਅਸਮਰਥ ਹੋ ਜਾਂਦਾ ਹੈ। +1 ਨਾਂ ਦੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਕਿਹਾ ਗਿਆ ਕਿ ਕਰੋਨਾ ਦੀ ਰੋਕਥਾਮ ਦੇ ਉਪਾਅ ਦੇ ਰੂਪ ਵਿੱਚ ਨਕਦੀ ਦੇ ਬਦਲੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਦੀ ਸਲਾਹ ਦੇਣਾ ਉਚਿਤ ਨਹੀਂ ਹੈ। ਖੋਜਕਰਤਾਵਾਂ ਨੇ ਪਾਇਆ ਕਿ ਵਾਇਰਸ ਪਲਾਸਟਿਕ ਮਨੀ ਕਾਰਡ ਤੇ ਜ਼ਿਆਦਾ ਸਥਿਰਤਾ ਦਿਖਾਉਂਦਾ ਹੈ ਅਤੇ 48 ਘੰਟੇ ਬਾਅਦ ਵੀ ਵਾਇਰਸ ਬਣਿਆ ਰਹਿੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਵਿੱਚ ਨਮੂਨੇ ਦੇ ਤੌਰ ਤੇ ਸ਼ਾਮਿਲ ਕੀਤੇ ਗਏ ਨੋਟ ਤੇ ਕਿਸੇ ਵੀ ਵਾਇਰਸ ਦਾ ਪਤਾ ਨਹੀਂ ਚੱਲਿਆ। ਅਮਰੀਕਾ ਦੇ ਬ੍ਰਿੰਗਮ ਯੰਗ ਯੂਨੀਵਰਸਿਟੀ BYU ਦੇ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਰਿਚਰਡ ਰਾਬਿਨਸਨ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਵਿੱਚ ਕਾਫੀ ਜ਼ੋਰ ਸੀ ਕਿ ਕਾਰੋਬਾਰਾਂ ਦੌਰਾਨ ਨਕਦੀ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗੀ ਅਤੇ ਸਾਰੇ ਕਾਰੋਬਾਰਾਂ ਵਿੱਚ ਇਸ ਸਲਾਹ ਦੀ ਪਾਲਣਾ ਕੀਤੀ ਗਈ। ਰਾਬਿਨਸਨ ਨੇ ਕਿਹਾ ਕਿ ਮੈਂ ਸੋਚਿਆ ਕਿ 1 ਮਿੰਟ ਇੰਤਜ਼ਾਰ ਕਰੋ, ਇਸ ਦਾ ਸਮਰਥਨ ਕਰਨ ਦੇ ਅੰਕੜੇ ਕਿੱਥੇ ਹਨ, ਅਤੇ ਕੋਈ ਅੰਕੜਾ ਨਹੀਂ ਸੀ। ਅਸੀਂ ਇਹ ਧਿਆਨ ਦੇਣ ਦਾ ਫੈਸਲਾ ਕੀਤਾ ਕਿ ਇਹ ਤਰਕਪੂਰਨ ਸੀ ਜਾਂ ਨਹੀਂ, ਅਤੇ ਪਤਾ ਚੱਲਿਆ ਕਿ ਇਹ ਤਰਕਪੂਰਨ ਨਹੀਂ ਸੀ। ਖੋਜਕਰਤਾਵਾਂ ਨੇ ਨੋਟਾਂ ਨਾਲ ਹੀ ਸਿੱਕਿਆਂ ਅਤੇ ਕਾਰਡਾਂ ਦੇ ਵੀ ਨਮੂਨੇ ਲਏ ਅਤੇ 4 ਵਾਰ ਵਾਇਰਸ ਦਾ ਪਤਾ ਲਾਉਣ ਦੀ ਜਾਂਚ ਕੀਤੀ ਗਈ। ਕੈਨੇਡਾ ਵਿੱਚ NDP ਲੀਡਰ ਜਗਮੀਤ ਸਿੰਘ ਨੇ ਦੱਸਿਆ ਕਿ ਓਨਟਾਰੀਓ ਵਿੱਚ ਇੱਕ ਪ੍ਰਚਾਰ ਪ੍ਰੋਗਰਾਮ ਦੇ ਬਾਹਰ ਉਹਨਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਜਗਮੀਤ ਨੇ ਇਸ ਨੂੰ ਆਪਣੇ ਸਿਆਸੀ ਜੀਵਨ ਦੌਰਾਨ ਸਭ ਤੋਂ ਪਰੇਸ਼ਾਨ ਕਰਨ ਵਾਲੇ ਤਜਰਬਿਆਂ ਵਿੱਚੋਂ ਇੱਕ ਕਰਾਰ ਦਿੱਤਾ। ਸਿੰਘ ਮੁਤਾਬਿਕ ਕੁਝ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ NDP ਉਮੀਦਵਾਰ ਜੇਨ ਡੇਕ ਦੇ ਪ੍ਰਚਾਰ ਦਫ਼ਤਰ ਸਾਹਮਣੇ ਉਹਨਾਂ ਨਾਲ ਅਜਿਹਾ ਦੁਰਵਿਵਹਾਰ ਕੀਤਾ। ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜਗਮੀਤ ਸਿੰਘ ਜਦੋਂ ਉੱਥੋਂ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗਾਲਾਂ ਕੱਢੀਆਂ। ਇਸ ਘਟਨਾ ਬਾਰੇ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਇਹ ਸਿਆਸਤ ਵਿੱਚ ਆ ਰਹੇ ਨਿਗਾਰ ਨੂੰ ਦਰਸਾਉਂਦਾ ਹੈ। ਘਟਨਾ ਬਾਰੇ ਪੁੱਛੇ ਜਾਣ ਤੇ ਜਗਮੀਤ ਸਿੰਘ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਜੋ ਲੋਕ ਉੱਥੇ ਮੌਜੂਦ ਸਨ ਉਹ ਸੱਚਮੁੱਚ ਭਿਆਨਕ ਗੱਲਾਂ ਕਰ ਰਹੇ ਸਨ। ਕੁਝ ਲੋਕ ਕਹਿ ਰਹੇ ਸਨ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਮਰ ਜਾਓਗੇ। ਜਗਮੀਤ ਸਿੰਘ ਨੇ ਅੱਗੋਂ ਕਿਹਾ
ਕਿ ਭਾਵੇਂ ਅਸੀਂ ਕਿਸੇ ਨਾਲ ਅਸਹਿਮਤ ਹੁੰਦੇ ਹਾਂ ਪਰ ਸਾਨੂੰ ਹੱਦਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ। ਜਗਮੀਤ ਸਿੰਘ ਮੁਤਾਬਿਕ ਉਹਨਾਂ ਨੂੰ ਜਨਤਕ ਤੌਰ ਤੇ ਹਮਲਾਵਰ ਵਿਵਹਾਰ ਨਾਲ ਨਜਿੱਠਣ ਦੀ ਆਦਤ ਪੈ ਗਈ ਹੈ, ਪਰ ਉਹਨਾਂ ਕਿਹਾ ਕਿ ਇਸ ਘਟਨਾ ਨੂੰ ਸਭ ਤੋਂ ਖਰਾਬ ਤਜਰਬਿਆਂ ਵਿੱਚੋਂ ਇੱਕ ਵਜੋਂ ਯਾਦ ਰੱਖਿਆ ਜਾਵੇਗਾ। ਉਧਰ ਪੀਟਰਬਰੋ ਪੁਲਿਸ ਵੱਲੋਂ ਜਗਮੀਤ ਸਿੰਘ ਨਾਲ ਰਾਬਤਾ ਕਰਨ ਦੀ ਗੱਲ ਕਹੀ ਗਈ ਹੈ। ਹਾਲਾਂਕਿ ਇਸ ਦੀ ਕੋਈ ਸ਼ਿਕਾਇਤ ਪੁਲਿਸ ਮੁਤਾਬਿਕ ਉਹਨਾਂ ਨੂੰ ਨਹੀਂ ਮਿਲੀ। ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਸੁਣਨਾ ਨਿਰਾਸ਼ਾਜਨਕ ਹੈ ਕਿ ਇੰਨਾ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਨਿਵਾਸੀ ਸਤਿਕਾਰਤ ਹਨ ਅਤੇ ਇਹ ਕੁਝ ਸਾਡੇ ਭਾਈਚਾਰੇ ਦਾ ਪ੍ਰਤੀਬਿੰਬ ਨਹੀਂ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਸਕਾਟ ਐਚਿਸਨ ਨੇ ਜਗਮੀਤ ਸਿੰਘ ਨਾਲ ਹੋਏ ਇਸ ਦੁਰਵਿਵਹਾਰ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਹੋਪ ਸੇਵਾ ਸੁਸਾਇਟੀ ਵੱਲੋਂ ਕੈਨੇਡਾ ਵਿੱਚ 15 ਮਈ ਨੂੰ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ ਨੂੰ ਲੈ ਕੇ ਅਤੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਵੱਲੋਂ ਲਿਆਂਦੇ ਗਏ ਅਤੇ ਕੈਨੇਡੀਅਨ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਸਪੋਰਟ M44 ਬਿੱਲ ਦੇ ਸਮਰਥਨ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਰਕ ਪਰਮਿਟ ਹੋਲਡਰ, ਰਿਫਿਊਜੀ ਕਲੇਮਟ, ਕੇਅਰ ਗਿਵਰ ਅਤੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਬਿਨਾਂ ਪੇਪਰਾਂ ਤੋਂ ਰਹਿੰਦਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਾਉਣ ਦੀ ਮੰਗ ਹੋ ਰਹੀ ਹੈ ਅਤੇ ਹੁਣ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸਰਦਾਰ ਰਣਦੀਪ ਸਰਾਏ ਵੱਲੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਬਿੱਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਗਿਆ, ਜਿਸ ਨੂੰ ਕੈਨੇਡੀਅਨ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਹੋਪ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿੱਲ ਦੀ ਪੂਰਨ ਹਿਮਾਇਤ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸ ਬਿੱਲ ਦੀ ਹਿਮਾਇਤ ਲਈ 15 ਮਈ ਨੂੰ ਸਰੀ, ਮਾਰਟਿਨੇਡੇਲ ਡਰਾਈਵ, NE ਕੈਲਗਰੀ ਅਤੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਬਿੱਲ ਦੀ ਸਪੋਰਟ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸਰਦਾਰ ਰਣਦੀਪ ਸਰਾਏ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਲਿਆਂਦੇ ਗਏ ਅਤੇ ਪਾਸ ਕਰਵਾਏ ਗਏ ਇਸ ਬਿੱਲ ਨਾਲ ਕੈਨੇਡਾ ਵਿੱਚ ਰਹਿੰਦੇ ਲੱਖਾਂ ਲੋਕਾਂ ਦੀਆਂ ਤਕਦੀਰਾਂ ਬਦਲ ਜਾਣਗੀਆਂ ਅਤੇ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਾਡੇ ਦੇਸ਼ ਦੇ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਲੈ ਕੇ ਇੱਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਜਾਵੇਗੀ ਜੋ ਬਾਅਦ ਵਿੱਚ ਕੈਨੇਡੀਅਨ ਪਾਰਲੀਮੈਂਟ ਵਿੱਚ ਵਿਖਾਈ ਜਾਵੇਗੀ, ਜਿਸ ਨਾਲ ਇਸ ਬਿੱਲ ਦੀ ਕਾਮਯਾਬੀ ਨੂੰ ਹੋਰ ਬਲ ਮਿਲੇਗਾ। ਇਸ ਰੈਲੀ ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਵੱਖ-ਵੱਖ ਗਾਇਕਾਂ, NGOs ਅਤੇ ਹੋਪ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਰੈਲੀ ਦਾ ਹਿੱਸਾ ਜ਼ਰੂਰ ਬਣਨ। ਉਹਨਾਂ ਨੇ ਭਾਰਤ ਵਿੱਚ ਅਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸੰਬੰਧੀਆਂ ਨੂੰ ਇਸ ਰੈਲੀ ਵਿੱਚ ਜ਼ਰੂਰ ਪਹੁੰਚਣ ਲਈ ਬੇਨਤੀ ਕਰਨ ਤਾਂ ਜੋ ਲੰਮੇ ਸਮੇਂ ਤੋਂ PR ਲੈਣ ਲਈ ਪੈਂਡਿੰਗ ਪਈਆਂ ਫਾਈਲਾਂ ਤੇ ਤੇਜ਼ੀ ਨਾਲ ਕਾਰਵਾਈ ਹੋ ਸਕੇ ਤੇ ਲੋਕਾਂ ਨੂੰ PR ਮਿਲ ਸਕੇ। ਉਹਨਾਂ ਰੈਲੀ ਵਿੱਚ ਹੁਮਾ ਕੇ ਪੁੱਜਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਰੈਲੀ ਵਿੱਚ ਆਉਂਦੇ ਅਤੇ ਜਾਂਦੇ ਸਮੇਂ ਟ੍ਰੈਫਿਕ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪੈਣ ਦੇਣ ਅਤੇ ਸ਼ਾਂਤੀਪੂਰਨ ਇਸ ਰੈਲੀ ਦਾ ਹਿੱਸਾ ਬਣਦੇ ਹੋਏ ਕਿਸੇ ਵੀ ਤਰ੍ਹਾਂ ਦਾ ਨਾਰਾ ਆਦਿ ਨਾ ਲਗਾਉਣ। ਹੋਪ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਕੈਨੇਡਾ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਰੈਲੀ ਵਿੱਚ ਜ਼ਰੂਰ ਪਹੁੰਚਣ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਇਸ ਰੈਲੀ ਨੂੰ ਲੈ ਕੇ ਭਾਰਤੀਆਂ ਵਿੱਚ ਬਹੁਤ ਉਤਸ਼ਾਹ ਹੈ ਤੇ ਇਸ ਬਿੱਲ ਦੇ ਪਾਰਲੀਮੈਂਟ ਵਿੱਚ ਆਉਣ ਨਾਲ ਉਹਨਾਂ ਨੂੰ ਸੁਨਹਿਰੇ ਭਵਿੱਖ ਦੀ ਆਸ ਨਜ਼ਰ ਆਉਣ ਲੱਗ ਪਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਲਾਤਵੀਆ ਦੇ ਅਡਾਜ਼ੀ ਵਿੱਚ ਸਥਿਤ ਨਾਟੋ ਦੇ ਬਹੁਰਾਸ਼ਟਰੀ ਡਿਵੀਜ਼ਨ ਉੱਤਰੀ ਹੈੱਡਕੁਆਰਟਰ ਵਿੱਚ ਕੈਨੇਡੀਅਨ ਆਰਮਡ ਫੋਰਸਿਸ ਦੇ ਇੱਕ ਜਨਰਲ ਅਫਸਰ ਅਤੇ 6 ਸਟਾਫ ਅਫਸਰਾਂ ਨੂੰ ਤਾਇਨਾਤ ਕਰੇਗਾ। ਪ੍ਰਧਾਨ ਮੰਤਰੀ ਦੀ ਵੈਬਸਾਈਟ ਤੇ ਪੋਸਟ ਕੀਤੀ ਇੱਕ ਖਬਰ ਦੇ ਅਨੁਸਾਰ ਟਰੂਡੋ ਨੇ ਇਹ ਐਲਾਨ 10 ਤੋਂ 12 ਮਈ ਤੱਕ ਕੈਨੇਡਾ ਦੇ ਦੌਰੇ ਦੌਰਾਨ ਲਾਤਵੀਆ ਦੇ ਪ੍ਰਧਾਨ ਮੰਤਰੀ ਕ੍ਰਿਸਟਜਨੀਸ ਕੈਰਿਨਸ ਅਤੇ ਮੁਲਾਕਾਤ ਤੋਂ ਬਾਅਦ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਉੱਤਰੀ ਐਟਲਾਂਟਿਕ ਦੇ ਮੈਂਬਰਾਂ ਦਰਮਿਆਨ ਤਾਲਮੇਲ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੰਧੀ ਸੰਗਠਨ ਨਾਟੋ ਅਤੇ ਪੂਰਬੀ ਯੂਰਪ ਖਾਸ ਕਰਕੇ ਬਾਲਟਿਕ ਖੇਤਰ ਵਿੱਚ ਨਾਟੋ ਦੇ ਬਚਾਅ ਅਤੇ ਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਰਿਲੀਜ਼ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀਆਂ ਨੇ ਫਿਨਲੈਂਡ ਦੇ ਨਾਟੋ ਅਲਾਇੰਸ ਵਿੱਚ ਸ਼ਾਮਿਲ ਹੋਣ ਲਈ ਆਪਣਾ ਸਾਂਝਾ ਸਮਰਥਨ ਵੀ ਪ੍ਰਗਟ ਕੀਤਾ। ਕੈਨੇਡਾ ਕੋਲ ਵਰਤਮਾਨ ਵਿੱਚ ਲਗਭਗ 700 ਕੈਨੇਡੀਅਨ ਆਰਮਡ ਫੋਰਸਿਸ ਦੇ ਕਰਮਚਾਰੀ ਨੇ ਜੋ ਆਪਰੇਸ਼ਨ ਰੀਐਸ਼ੋਰੈਂਸ ਦੇ ਹਿੱਸੇ ਵਜੋਂ ਲਾਤਵੀਆ ਵਿੱਚ ਨਾਟੋ ਦੇ ਵਧੇ ਹੋਏ ਫਾਰਵਰਡ ਪ੍ਰੋਜੈਂਸ ਬੈਟਲ ਗਰੁੱਪ ਦੀ ਅਗਵਾਈ ਕਰ ਰਹੇ ਨੇ। ਬਿਆਨ ਵਿੱਚ ਕਿਹਾ ਗਿਆ ਕਿ ਮਾਰਚ 2019 ਵਿੱਚ ਬਣਾਇਆ ਗਿਆ ਨਾਟੋ ਦਾ ਮਲਟੀ ਨੈਸ਼ਨਲ ਡਿਵੀਜ਼ਨ ਉੱਤਰੀ ਹੈੱਡਕੁਆਰਟਰ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ, ਜਿਸ ਵਿੱਚ ਬਾਲਟਿਕ ਦੇਸ਼ਾਂ ਦੀ ਰੱਖਿਆ ਯੋਜਨਾ ਲਈ ਸਮਰਥਨ ਅਤੇ ਖੇਤਰੀ ਫੌਜੀ ਗਤੀਵਿਧੀਆਂ ਦਾ ਤਾਲਮੇਲ ਜਿਵੇਂ ਕਿ
ਵਿਸਤ੍ਰਿਤ ਫਾਰਵਰਡ ਪ੍ਰੋਜੈਂਸ ਫੋਰਸਾਂ ਦੀਆਂ ਗਤੀਵਿਧੀਆਂ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਨਾਲ ਪੋਜ਼ਿਟਿਵ ਪਾਈ ਗਈ ਹੈ। ਆਰਡਰਨ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਤੇ ਕੀਤੀ ਗਈ ਇੱਕ ਪੋਸਟ ਵਿੱਚ ਕਿਹਾ, ਸਰਵਸ਼੍ਰੇਸ਼ਠ ਕੋਸ਼ਿਸ਼ਾਂ ਦੇ ਬਾਵਜੂਦ ਬਦਕਿਸਮਤੀ ਨਾਲ ਮੈਂ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਵਿੱਚ ਸ਼ਾਮਿਲ ਹੋ ਗਈ ਅਤੇ ਕੋਵਿਡ-19 ਪੋਜ਼ਿਟਿਵ ਪਾਈ ਗਈ। ਆਰਡਰਨ ਐਤਵਾਰ ਤੋਂ ਆਪਣੇ ਪਰਿਵਾਰ ਨਾਲ ਘਰ ਵਿੱਚ ਆਈਸੋਲੇਟ ਹੈ। ਆਰਡਰਨ ਨੇ ਆਪਣੇ ਮੰਗੇਤਰ ਕਲਾਰਕ ਗੇਫੋਰਡ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਖੁਦ ਨੂੰ ਆਈਸੋਲੇਟ ਕਰ ਲਿਆ ਸੀ। ਉਹਨਾਂ ਕਿਹਾ, ਅਸੀਂ ਐਤਵਾਰ ਤੋਂ ਹੀ ਅਲੱਗ-ਥਲੱਗ ਹਾਂ। ਜਦੋਂ ਕਲਾਰਕ ਪਹਿਲੀ ਵਾਰ ਕਰੋਨਾ ਪੋਜ਼ਿਟਿਵ ਪਾਏ ਗਏ ਸਨ, ਨੇਵ ਆਰਡਰਨ ਦੀ ਧੀ ਬੁੱਧਵਾਰ ਨੂੰ ਕੋਵਿਡ-19 ਨਾਲ ਪੀੜਿਤ ਪਾਈ ਗਈ ਸੀ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਸੂਸੀ ਸਮਰੱਥਾ ਵਾਲਾ ਚੀਨੀ ਜੰਗੀ ਬੇੜਾ ਦੇਸ਼ ਦੇ ਪੱਛਮੀ ਤੱਟ ਤੇ ਗਸ਼ਤ ਕਰ ਰਿਹਾ ਹੈ ਅਤੇ ਇਹ ਇੱਕ ਹਮਲਾਵਰ ਕਾਰਵਾਈ ਹੈ। ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਜਹਾਜ਼ ਨੂੰ ਪੱਛਮੀ ਆਸਟ੍ਰੇਲੀਆ ਦੇ ਬਰੂਮ ਤੋਂ 250 ਨੌਟੀਕਲ ਮੀਲ ਉੱਤਰ ਵੱਲ ਜਾਂਦੇ ਹੋਏ ਵੇਖਿਆ ਗਿਆ ਅਤੇ ਪਿਛਲੇ ਇੱਕ ਹਫ਼ਤੇ ਤੋਂ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ। ਡਟਨ ਨੇ ਕਿਹਾ, ਜ਼ਾਹਿਰ ਹੈ ਕਿ ਇਸ ਦਾ ਇਰਾਦਾ ਤੱਟ ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨਾ ਹੈ। ਉਹਨਾਂ ਕਿਹਾ, ਇਹ ਆਸਟ੍ਰੇਲੀਆ ਦੇ ਪੱਛਮੀ ਤੱਟ ਤੇ ਫੌਜੀ ਅਤੇ ਖੁਫੀਆ ਸਥਾਪਨਾਵਾਂ ਦੇ ਨੇੜੇ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਚੀਨੀ ਜੰਗੀ ਬੇੜਾ ਇੰਨੀ ਦੂਰ ਦੱਖਣ ਵੱਲ ਆਇਆ ਹੈ ਅਤੇ ਇਸ ਤੇ ਹਵਾਈ ਜਹਾਜ਼ਾਂ ਅਤੇ ਤਕਨੀਕ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਇੱਕ ਹਮਲਾਵਰ ਕਾਰਵਾਈ ਹੈ ਕਿਉਂਕਿ ਇਹ ਦੱਖਣ ਵਿੱਚ ਇੰਨੀ ਦੂਰ ਤੱਕ ਆਇਆ ਹੈ। ਚੀਨ ਨੇ ਹਾਲ ਹੀ ਵਿੱਚ ਸੋਲੇਮਨ ਟਾਪੂ ਦੇ ਨਾਲ ਸੁਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਨੇ, ਜਿਸ ਤੋਂ ਬਾਅਦ ਚੀਨ ਤੇ ਆਸਟ੍ਰੇਲੀਆ ਵਿਚਾਲੇ ਤਣਾਅ ਵੱਧ ਗਿਆ ਹੈ। ਆਸਟ੍ਰੇਲੀਆ ਵਿਖੇ ਨਿਊ ਸਾਊਥ ਵੇਲਜ਼ ਸਰਕਾਰ ਨੇ ਵੱਡੀਆਂ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਇੱਕ ਨਵੀਂ ਰੇਲ ਫਲੀਟ ਨੂੰ ਰੋਲ ਆਊਟ ਕਰਨ ਦਾ ਫੈਸਲਾ ਕੀਤਾ ਹੈ। ਮਤਲਬ ਕਿ ਟਰਾਂਸਪੋਰਟ ਯੂਨੀਅਨ ਦੀ ਹੋਰ ਹੜਤਾਲ ਦੀ ਕਾਰਵਾਈ ਕਾਰਡ ਤੇ ਹੋ ਸਕਦੀ ਹੈ। $2 ਬਿਲੀਅਨ ਨਿਊ ਇੰਟਰਸਿਟੀ ਫਲੀਟ ਵਰਤਮਾਨ ਵਿੱਚ ਸਟੋਰੇਜ ਵਿੱਚ ਫਸਿਆ ਹੋਇਆ ਹੈ ਕਿਉਂਕਿ ਰੇਲ, ਟਰਾਮ ਅਤੇ ਬੱਸ ਯੂਨੀਅਨ ਦੇ ਮੈਂਬਰ ਸੁਰੱਖਿਆ ਸੋਧਾਂ ਤੋਂ ਬਿਨਾਂ ਇਸ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇੰਟਰਸਿਟੀ ਫਲੀਟ ਨੂੰ ਬਲੂ ਮਾਊਂਟੇਨ ਲਾਈਨ ਤੇ ਸਿਡਨੀ ਤੋਂ ਲਿਥਗੋ ਤੱਕ ਅਤੇ ਮੱਧ ਤੱਟ ਨਿਊ ਕੈਸਲ ਅਤੇ ਦੱਖਣੀ ਤੱਟ ਲਾਈਨ ਤੇ ਕਿਆਸਾ ਤੱਕ ਜਾਣਾ ਚਾਹੀਦਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਮੁਸਾਫਰਾਂ ਨੂੰ ਨਿਗਰਾਨੀ ਵਿੱਚ ਮਹੱਤਵਪੂਰਨ ਅਣਜਾਣ ਸਥਾਨਾਂ ਤੋਂ ਖਤਰਾ ਹੋਵੇਗਾ, ਮਤਲਬ ਕਿ ਅਣਪਛਾਤੀਆਂ ਦੁਰਘਟਨਾਵਾਂ ਹੋ ਸਕਦੀਆਂ ਨੇ ਜਾਂ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਪਾੜੇ ਪੈ ਸਕਦੇ ਨੇ ਅਤੇ ਸਟਾਫ ਉਹਨਾਂ ਨੂੰ ਸੁਣਨ ਵਿੱਚ ਅਸਮਰਥ ਹੋਵੇਗਾ। ਇਹ ਡਰਾਈਵਰਾਂ ਅਤੇ ਗਾਰਡਾਂ ਦੁਆਰਾ ਰੇਲ ਗੱਡੀਆਂ ਦੇ ਸਾਈਡਾਂ ਤੇ ਲਗਾਏ ਗਏ CCTV ਕੈਮਰਿਆਂ ਤੋਂ ਪੂਰੀ ਤਰ੍ਹਾਂ ਨਿਗਰਾਨੀ ਕਰਨ ਦੇ ਕਾਰਨ ਨੇ, ਜਿਨ੍ਹਾਂ ਕੋਲ ਵਿਅਕਤੀਗਤ ਇੰਟਰਸਿਟੀ ਗਾਰਡਾਂ ਦੀ ਬਜਾਏ ਡੱਬਿਆਂ ਦੇ ਡਿਜ਼ਾਈਨ ਕਾਰਨ ਕੋਈ ਆਡੀਓ ਅਤੇ ਸੀਮਿਤ ਦ੍ਰਿਸ਼ਟੀਕੋਣ ਨਹੀਂ ਹੈ। ਆਸਟ੍ਰੇਲੀਆ ਗਈ ਸ਼੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਅਤੇ ਉਹਨਾਂ ਦੀ ਧੀ ਖੁਸ਼ਰੂਪ ਦੋਵਾਂ ਨੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ ਇਹ ਦੋਵੇਂ ਮਾਵਾਂ ਧੀਆਂ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਨੇ 2017 ਵਿੱਚ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਆਪਣੀ ਜਗ੍ਹਾ ਬਣਾਈ ਸੀ ਅਤੇ ਹੁਣ ਉਹਨਾਂ ਦੀ ਧੀ ਖੁਸ਼ਰੂਪ ਨੂੰ ਵੀ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਮਨਜੀਤ ਕੌਰ ਦੇ ਸਹੁਰੇ ਅਤੇ ਪੇਕਾ ਪਰਿਵਾਰ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਮਨਜੀਤ ਦੇ ਭਰਾ ਗੁਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਭੈਣ ਅਤੇ ਭਾਂਜੀ ਦੇ ਇਸ ਮੁਕਾਮ ਤੇ ਪਹੁੰਚਣ ਤੇ ਮਾਣ ਮਹਿਸੂਸ ਹੋ ਰਿਹਾ ਹੈ। ਗੁਰ ਸਾਹਿਬ ਦਾ ਕਹਿਣਾ ਹੈ ਕਿ ਮਨਜੀਤ 2009 ਵਿੱਚ ਆਪਣੇ ਪਤੀ ਨਾਲ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਗਏ ਸਨ ਅਤੇ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਉਹ ਆਪਣੇ ਬੱਚਿਆਂ ਨੂੰ ਇੱਥੇ ਛੱਡ ਗਏ ਸਨ ਅਤੇ 2013 ਵਿੱਚ PR ਮਿਲਣ ਦੇ ਬਾਅਦ ਉਹਨਾਂ ਆਪਣੇ ਬੱਚਿਆਂ ਨੂੰ ਆਸਟ੍ਰੇਲੀਆ ਸੱਦ ਲਿਆ। ਮਨਜੀਤ ਨੂੰ ਆਰਮਡ ਫੋਰਸ ਵਿੱਚ ਜਾਣ ਦਾ ਸ਼ੌਕ ਸੀ ਅਤੇ 2017 ਵਿੱਚ ਉਹਨਾਂ ਨੇ ਬਤੌਰ ਇੱਕ ਅਫਸਰ ਰੈਂਕ ਦੇ ਰਾਇਲ ਆਸਟ੍ਰੇਲੀਅਨ 에ਅਰ ਫੋਰਸ ਵਿੱਚ ਟ੍ਰੇਨਿੰਗ ਪਾਸ ਆਊਟ ਕੀਤੀ। ਇਸ ਤੋਂ ਬਾਅਦ ਉਹਨਾਂ ਦੀ ਭਾਣਜੀ ਖੁਸ਼ਰੂਪ ਨੇ ਵੀ ਆਪਣੀ ਮਾਂ ਨੂੰ ਵੇਖਦੇ ਹੋਏ 에ਅਰ ਫੋਰਸ ਜੁਆਇਨ ਕਰਨ ਦਾ ਮਨ ਬਣਾ ਲਿਆ। ਖੁਸ਼ਰੂਪ ਨੂੰ ਟ੍ਰੇਨਿੰਗ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਖੁਸ਼ਰੂਪ ਨੇ ਹਿੰਮਤ ਨਹੀਂ ਹਾਰੀ। ਗੁਰ ਸਾਹਿਬ ਮੁਤਾਬਿਕ ਮਨਜੀਤ ਕੌਰ 에ਅਰ ਫੋਰਸ ਦੇ ਬੇਸ ਕੈਂਪ ਤੇ ਸੇਵਾਵਾਂ ਨਿਭਾ ਰਹੇ ਨੇ ਅਤੇ ਉਹਨਾਂ ਦੀ ਬੇਟੀ ਖੁਸ਼ਰੂਪ ਸਾਈਬਰ ਕ੍ਰਾਈਮ ਵਿੰਗ ਵਿੱਚ ਅਫਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੀ ਹੈ। ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਦੀ 104 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਪਰਸੀ ਮੈਨ ਨੂੰ ਦੇਹਾਂਤ ਤੋਂ ਬਾਅਦ ਸ਼ਰਧਾਂਜਲੀ ਦਿੱਤੀ ਗਈ। ਰਿਟਾਇਰਡ ਪੁਲਿਸ ਆਫਿਸਰ ਪਰਸੀ ਮੈਨ 2020 ਵਿੱਚ ਉਸ ਸਮੇਂ ਇੱਕ ਸੋਸ਼ਲ ਮੀਡੀਆ ਸਨਸਨੀ ਬਣ ਗਿਆ ਸੀ ਜਦੋਂ ਉਸ ਦੇ ਜ਼ਿਮਰ ਨਾਲ ਡਾਂਸ ਕਰਨ ਦੀ ਉਸ ਦੀ ਫੁਟੇਜ ਆਨਲਾਈਨ ਵਾਇਰਲ ਹੋ ਗਈ।
ਉਸ ਦੇ ਨੱਚਣ ਦੀਆਂ ਕਲਿੱਪਾਂ ਨੇ ਸ਼ੁਰੂਆਤੀ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਹੌਸਲਾ ਦੇਣ ਵਿੱਚ ਮਦਦ ਕੀਤੀ। ਪਰਸੀ 1946 ਵਿੱਚ ਸਿਟੀ ਆਫ ਗਲਾਸਗੋ ਪੁਲਿਸ ਵਿੱਚ ਸ਼ਾਮਿਲ ਹੋਇਆ ਸੀ ਅਤੇ 1976 ਵਿੱਚ ਇੱਕ ਸਰਜੈਂਟ ਵਜੋਂ ਫੋਰਸ ਤੋਂ ਸੇਵਾ ਮੁਕਤ ਹੋਇਆ। ਪੁਲਿਸ ਸਕਾਟਲੈਂਡ ਨੇ ਪਰਸੀ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਆਪਣੇ ਪਿੱਛੇ 11 ਬੱਚੇ, 20 ਪੋਤੇ ਪੋਤੀਆਂ ਅਤੇ 19 ਪੜਪੋਤੇ ਪੋਤੇ ਛੱਡ ਗਿਆ। ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਸ ਨੇ ਦੇਸ਼ ਵਿੱਚ ਵੀਜ਼ਾ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਇਹ ਅੜਿੱਕਾ ਦਫ਼ਤਰ ਵਿੱਚ ਵੀਜ਼ਾ ਸੈੱਲ ਸਟਾਫ ਦੀ ਉਪਲਬਧਤਾ ਨਾ ਹੋਣ ਕਾਰਨ ਕੰਮਕਾਜੀ ਮੁਸ਼ਕਲਾਂ ਕਾਰਨ ਪੈਦਾ ਹੋਇਆ। ਇਹਨਾਂ ਵਿੱਚ ਜ਼ਿਆਦਾਤਰ ਕਰਮਚਾਰੀ ਸ਼੍ਰੀਲੰਕਾ ਦੇ ਨਾਗਰਿਕ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਆਮ ਸਥਿਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ਹਾਈ ਕਮਿਸ਼ਨ ਸਪਸ਼ਟ ਤੌਰ ਤੇ ਇਨਕਾਰ ਕਰਦਾ ਹੈ ਕਿ ਉਸ ਨੇ ਜਾਂ ਸ਼੍ਰੀਲੰਕਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਜਾਂ ਭਾਰਤ ਦੇ ਸਹਾਇਕ ਹਾਈ ਕਮਿਸ਼ਨ ਨੇ ਵੀਜ਼ਾ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਡੇ ਵੀਜ਼ਾ ਸੈੱਲ ਦੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਨਾ ਆਉਣ ਕਾਰਨ ਕਾਰਜਸ਼ੀਲ ਮੁਸ਼ਕਲਾਂ ਆਈਆਂ। ਇਹਨਾਂ ਵਿੱਚ ਜ਼ਿਆਦਾਤਰ ਕਰਮਚਾਰੀ ਸ਼੍ਰੀਲੰਕਾ ਦੇ ਨਾਗਰਿਕ ਨੇ। ਉਹਨਾਂ ਕਿਹਾ, ਅਸੀਂ ਜਲਦ ਤੋਂ ਜਲਦ ਆਮ ਸਥਿਤੀ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਭਾਰਤ ਵਿੱਚ ਸ਼੍ਰੀਲੰਕਾਈ ਨਾਗਰਿਕਾਂ ਨੂੰ ਯਾਤਰਾ ਦੀ ਸਹੂਲੀਅਤ ਦੇਣ ਲਈ ਵਚਨਬੱਧ ਹਾਂ। ਸ਼੍ਰੀਲੰਕਾ ਵਿੱਚ ਭਾਰਤੀਆਂ ਵਾਂਗ ਹੀ ਭਾਰਤ ਵਿੱਚ ਸ਼੍ਰੀਲੰਕਾ ਦੇ ਨਾਗਰਿਕਾਂ ਦਾ ਸਵਾਗਤ ਹੈ। ਦੱਸ ਦਈਏ ਕਿ ਸ਼੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਆਏ ਤੇ ਪ੍ਰਦਰਸ਼ਨ ਕਰਨ ਲੱਗੇ। ਕੁਝ ਦਿਨ ਪਹਿਲਾਂ ਦੇਸ਼ ਦੀ ਵਿਗੜਤੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਹਿੰਸਕ ਝੜਪਾਂ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੂੰ ਦੇਸ਼ ਦੀ ਵਿਗੜਦੀ ਆਰਥਿਕ ਸਥਿਤੀ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਵੀਰਵਾਰ ਨੂੰ ਦੇਸ਼ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰੂਸ ਯੂਕਰੇਨ ਜੰਗ ਵਿਚਾਲੇ ਫਿਨਲੈਂਡ ਇੱਕ ਵਾਰ ਫਿਰ ਸੁਰੱਖਿਆ ਵਿੱਚ ਹੈ। ਫਿਨਲੈਂਡ ਨੇ ਨਾਟੋ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਅਤੇ ਰਾਸ਼ਟਰਪਤੀ ਸੋਲੀ ਨਿਲੀਸਟੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਲਦ ਹੀ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀਆਂ ਦਾਖਲ ਕਰਨਗੇ। ਇਸ ਬਿਆਨ ਤੋਂ ਬਾਅਦ ਰੂਸ ਯੂਕਰੇਨ ਜੰਗ ਨੇ ਵੱਖਰਾ ਹੀ ਮੋੜ ਲੈ ਲਿਆ ਹੈ। ਫਿਨਲੈਂਡ ਨੂੰ ਲੈ ਕੇ ਨਾਟੋ ਅਤੇ ਰੂਸ ਆਮੋ ਸਾਹਮਣੇ ਆ ਗਏ ਨੇ। ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸ਼ਕੋਵ ਨੇ ਕਿਹਾ ਕਿ ਜੇਕਰ ਫਿਨਲੈਂਡ ਨਾਟੋ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਫਿਨਲੈਂਡ ਦਾ ਇਹ ਕਦਮ ਯੂਰਪ ਵਿੱਚ ਸਥਿਰਤਾ ਅਤੇ ਸੁਰੱਖਿਆ 'ਚ ਮਦਦ ਨਹੀਂ ਕਰੇਗਾ। ਰੂਸ ਦੀ ਫਿਨਲੈਂਡ ਨਾਲ 1340 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਫਿਨਲੈਂਡ ਦੇ ਨਾਟੋ ਵਿੱਚ ਸ਼ਾਮਿਲ ਹੋਣ ਦੇ ਕਦਮ ਦਾ ਸਵਾਗਤ ਕੀਤਾ ਹੈ। ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹੈ। ਇਸ ਬਾਰੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਨਲੈਂਡ ਦਾ ਗੁਆਂਢੀ ਸਵੀਡਨ ਵੀ ਦਹਾਕਿਆਂ ਤੱਕ ਨਿਰਪੱਖ ਰਾਹ ਅਪਣਾਉਣ ਤੋਂ ਬਾਅਦ ਨਾਟੋ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਨੇੜੇ ਹੈ। ਦੂਜੇ ਪਾਸੇ ਮਾਸਕੋ ਨੇ ਕਿਹਾ ਕਿ ਇਹ ਕਦਮ ਯਕੀਨੀ ਤੌਰ ਤੇ ਖਤਰਨਾਕ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਰੂਸ ਦਾ ਅਗਲਾ ਨਿਸ਼ਾਨਾ ਫਿਨਲੈਂਡ ਬਣ ਸਕਦਾ ਹੈ? ਜੇਕਰ ਰੂਸ ਫਿਨਲੈਂਡ ਤੇ ਹਮਲਾ ਕਰਦਾ ਹੈ ਤਾਂ ਕਿ ਤੀਜਾ ਵਿਸ਼ਵ ਯੁੱਧ ਸੰਭਵ ਹੋਵੇਗਾ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਸ਼ੁੱਕਰਵਾਰ ਨੂੰ G7 ਦੇਸ਼ਾਂ ਤੋਂ ਯੂਕਰੇਨ ਵਿੱਚ ਹਥਿਆਰ ਸਪਲਾਈ ਵਧਾਉਣ ਅਤੇ ਰੂਸ ਤੇ ਦਬਾਅ ਵਧਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ G7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੋਂ ਉਹਨਾਂ ਦੀ ਗੱਲਬਾਤ ਬਹੁਤ ਮਦਦਗਾਰ, ਲਾਭਦਾਇਕ, ਵਾਸਤਵਿਕ ਅਤੇ ਨਤੀਜਾ ਕੇਂਦਰਿਤ ਰਹੀ। ਉਹਨਾਂ ਨੇ ਹੁਣ ਤੱਕ ਯੂਕਰੇਨ ਨੂੰ ਮਿਲੀ ਵਿੱਤੀ ਅਤੇ ਫੌਜੀ ਮਦਦ ਲਈ ਇਹਨਾਂ ਦੇਸ਼ਾਂ ਦੀ ਤਾਰੀਫ ਕੀਤੀ, ਪਰ ਉਹਨਾਂ ਨੇ ਯੂਕਰੇਨ ਦੇ ਸਮਰਥਕ ਦੇਸ਼ਾਂ ਤੋਂ ਲੜਾਕੂ ਜਹਾਜ਼ ਅਤੇ ਮਲਟੀਪਲ ਲਾਂਚ ਰਾਕਟ ਸਮੇਤ ਹੋਰ ਜ਼ਿਆਦਾ ਹਥਿਆਰਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ। ਕੁਲੇਬਾ ਨੇ G7 ਦੇ ਦੇਸ਼ਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਰੂਸ ਤੇ ਦਬਾਅ ਬਣਾਉਣ ਲਈ ਪਾਬੰਦੀਆਂ ਹੋਰ ਵਧਾਉਣ। ਉਹਨਾਂ ਨੇ ਯੂਕਰੇਨ ਵਿੱਚ ਪੁਨਰ ਨਿਰਮਾਣ ਲਈ ਰੂਸ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਕੈਨੇਡਾ ਦੇ ਕਦਮ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਮਗਰੋਂ ਹੁਣ VIP ਕਲਚਰ ਤੇ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ VIP ਕਲਚਰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹੁਣ ਕਿਸੇ ਨੂੰ ਵੀ ਜੇਲ੍ਹ ਵਿੱਚ VIP ਟ੍ਰੀਟਮੈਂਟ ਨਹੀਂ ਮਿਲੇਗਾ। ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਵੀਡੀਓ ਜਾਰੀ ਕਰਦਿਆਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ VIP ਸੈੱਲ ਖਤਮ ਕਰ ਦਿੱਤੇ ਗਏ ਨੇ। ਜੇਲ੍ਹਾਂ ਵਿੱਚ ਮਿਲੇ ਮੋਬਾਈਲਾਂ ਨੂੰ ਲੈ ਕੇ ਵੀ ਸਰਕਾਰ ਦਾ ਸਖਤ ਰੁਖ ਹੈ, ਜਿਸ ਕਾਰਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ
ਤਲਾਸ਼ੀ ਮੁਹਿੰਮ ਜਾਰੀ ਹੈ। ਆਪ ਸਰਕਾਰ ਦੇ 50 ਦਿਨਾਂ ਦੇ ਕਾਰਜਕਾਲ ਅੰਦਰ ਹੁਣ ਤੱਕ ਜੇਲ੍ਹਾਂ ਵਿੱਚ 710 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਨੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਿਰਫ ਮੋਬਾਈਲ ਫੋਨ ਹੀ ਨਹੀਂ ਫੜੇ, ਸਗੋਂ ਫੋਨ ਜੇਲ੍ਹਾਂ ਅੰਦਰ ਕਿਸਨੇ ਪਹੁੰਚਾਇਆ ਤੇ ਕਿਸ ਦੇ ਨਾਂ ਤੇ ਹੈ ਉਸ ਦੀ ਜਾਂਚ ਵੀ ਜਾਰੀ ਹੈ ਅਤੇ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਸਿੱਟ ਦਾ ਗਠਨ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਵਿਅਕਤੀ ਜੇਲ੍ਹ ਵਿੱਚ ਗਿਆ ਹੈ, ਉਹ ਕਾਨੂੰਨ ਅਨੁਸਾਰ ਕਿਸੇ ਸ਼ਿਕਾਇਤ ਜਾਂ ਅਪਰਾਧ ਦੇ ਇਲਜ਼ਾਮ ਹੇਠ ਗਿਆ ਹੈ, ਫਿਰ ਉਹ VIP ਕਿਵੇਂ ਹੋ ਸਕਦਾ ਹੈ। ਉਹਨਾਂ ਐਲਾਨ ਕੀਤਾ ਕਿ ਜੇਲ੍ਹਾਂ ਵਿੱਚ ਬਣੇ ਹੋਏ VIP ਸੈੱਲ ਕਮਰੇ ਹੁਣ ਪ੍ਰਬੰਧਕੀ ਬਲਾਕ ਵਿੱਚ ਤਬਦੀਲ ਕੀਤੇ ਜਾਣਗੇ ਤਾਂ ਜੋ ਜੇਲ੍ਹ ਸਟਾਫ ਵਧੀਆ ਤਰੀਕੇ ਨਾਲ ਕੰਮ ਕਰ ਸਕੇ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਜੇਲ੍ਹ ਅੰਦਰੋਂ ਕਾਲਾ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਅਧਿਕਾਰੀ ਨੇ ਫੈਸਲੇ ਨੂੰ ਲਾਗੂ ਕਰਨ ਵਿੱਚ ਲਾਪਰਵਾਹੀ ਵਰਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੁਧਾਰ ਕਰ ਹੁਣ ਅਸਲ ਵਿੱਚ ਅਪਰਾਧੀਆਂ ਦਾ ਸੁਧਾਰ ਕਰਨਗੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।